ਤਾਂ ਆਪਾਂ ਕਰਦੇ ਪਏ ਸੀ ਇੰਪੋਰਟੈਂਸ ਆਫ ਸਪੋਰਟਸ ਸਾਈਕੋਲੋਜੀ। ਇਹਦਾ ਨੈਕਸਟ 4th ਪੁਆਇੰਟ ਹੈਗਾ ਇੰਪਰੂਵਮੈਂਟ ਇਨ ਕੌਨਸਨਟ੍ਰੇਸ਼ਨ। ਸਪੋਰਟਸ ਸਾਈਕੋਲੋਜੀ ਪਲੇਅਰ ਨੂੰ ਕੌਨਸਨਟ੍ਰੇਟ ਕਰਨ ਵਿੱਚ ਹੈਲਪ ਕਰਦਾ ਹੈ, ਹੋਰ ਜੋ ਬੈਟਰ ਪਰਫਾਰਮੈਂਸ 'ਚ ਲੀਡ ਕਰਦਾ ਹੈ। ਨੰਬਰ 5 ਹੈਗਾ ਜੀ ਕੰਟਰੋਲਿੰਗ ਦਾ ਇਮੋਸ਼ਨਸ। ਸਪੋਰਟਸ ਸਾਈਕੋਲੋਜੀ ਐਂਗਰ, ਡਿਸਗਸਟ, ਫੀਅਰ, ਨੈਗੇਟਿਵ ਸੈਲਫ ਥਿੰਕਿੰਗ ਐਕਸੈਕਟਰਾ ਇਮੋਸ਼ਨਸ ਨੂੰ ਕੰਟਰੋਲ ਕਰਨ ਵਿੱਚ ਹੈਲਪ ਕਰਦਾ ਹੈ। ਇਹ ਇਮੋਸ਼ਨਸ ਨੂੰ ਕੰਟਰੋਲ ਕਰਨ ਨਾਲ ਬੈਸਟ ਪਰਫਾਰਮੈਂਸ ਵਿੱਚ ਹੈਲਪ ਮਿਲਦੀ ਹੈ। ਨੰਬਰ 6 ਇੰਪਰੂਵਿੰਗ ਇਨ ਕੋਚਿੰਗ ਸਕਿੱਲਸ। ਸਪੋਰਟਸ ਸਾਈਕੋਲੋਜੀ ਕੋਚਿਜ਼ ਨੂੰ ਪਲੇਅਰ ਦੇ ਬਿਹੇਵੀਅਰ ਨੂੰ ਅੰਡਰਸਟੈਂਡ ਕਰਨ ਵਿੱਚ ਹੈਲਪ ਕਰਦੀ ਹੈ। ਇਸ ਤਰ੍ਹਾਂ ਉਹ ਉਹਨਾਂ ਨੂੰ ਬੈਟਰ ਵੇ 'ਚ ਟ੍ਰੇਨਿੰਗ ਦੇ ਸਕਦੇ ਹਨ। ਨੰਬਰ 7 ਰਿਡਿਊਸਿੰਗ ਸਟ੍ਰੈਸ। ਸਪੋਰਟਸ ਸਾਈਕੋਲੋਜੀ ਸਟ੍ਰੈਸ ਐਂਡ ਟੈਂਸ਼ਨ ਨੂੰ ਰਿਡਿਊਸ ਕਰਨ ਵਿੱਚ ਹੈਲਪ ਕਰਦੀ ਹੈ। ਕੰਪੀਟੀਸ਼ਨ ਦੌਰਾਨ ਪਲੇਅਰ ਜੋ ਉਹਨਾਂ ਦੀ ਪਰਫਾਰਮੈਂਸ ਨੂੰ ਵਧਾਉਣ ਵਿੱਚ ਹੈਲਪ ਕਰਦੀ ਹੈ। ਨੰਬਰ 8 ਹੈਗਾ ਜੀ ਬੈਟਰ ਅੰਡਰਸਟੈਂਡਿੰਗ ਔਰ ਕੋਆਰਡੀਨੇਸ਼ਨ। ਸਪੋਰਟਸ ਸਾਈਕੋਲੋਜੀ ਦੀ ਨੌਲੇਜ ਕੋਚਿਜ਼, ਟੀਮ ਮੈਂਬਰ ਐਕਸੈਕਟਰਾ ਦੇ ਵਿਚਕਾਰ ਇੱਕ ਬੈਟਰ ਇਨਵਾਇਰਮੈਂਟ ਐਂਡ ਰਿਲੇਸ਼ਨ ਬਣਾਉਣ ਵਿੱਚ ਹੈਲਪ ਕਰਦੀ ਹੈ। ਨੈਕਸਟ ਆ ਗਿਆ ਜੀ ਪੁਆਇੰਟ ਨੰਬਰ 9 ਹੈਗਾ ਜੀ ਐਨਹਾਂਸਿੰਗ ਫਿਜ਼ੀਓਲੋਜੀਕਲ ਕਪੈਸਿਟੀਜ਼। ਸਪੋਰਟਸ ਸਾਈਕੋਲੋਜੀ ਵਿੱਚ ਵਾਧਾ ਹੁੰਦਾ ਹੈ ਸਪੋਰਟਸ ਪਰਸਨ ਦੀਆਂ ਸਾਈਕੋਲੋਜੀਕਲ ਕਪੈਸਿਟੀਜ਼ ਵਿੱਚ। ਐਗਜ਼ਾਮਪਲ ਹੈਗੀ ਹੈ ਜੀ ਮੋਟੀਵੇਸ਼ਨ ਵਿੱਚ ਇੰਪੋਰਟੈਂਟ ਰੋਲ ਪਲੇ ਕਰਦੀ ਹੈ। ਐਥਲੀਟ ਦੀ ਫਿਜ਼ੀਕਲ ਕਪੈਸਿਟੀ ਨੂੰ ਇਨਕਰੀਜ਼ ਕਰਨ ਵਿੱਚ ਹੈਲਪ ਕਰਦੀ ਹੈ। ਨੰਬਰ 10 ਬੈਟਰ ਟ੍ਰੇਨਿੰਗ ਮੈਥਡ। ਹਰ ਪਲੇਅਰ ਦਾ ਆਪਣਾ ਐਟੀਟਿਊਡ, ਇੰਟਰਸਟ ਐਕਸੈਕਟਰਾ ਹੁੰਦਾ ਹੈ। ਇਸ ਤਰ੍ਹਾਂ ਸਪੋਰਟਸ ਸਾਈਕੋਲੋਜੀ ਦੀ ਵਰਤੋਂ ਕਰਕੇ ਐਥਲੀਟ ਲਈ ਉਸ ਦੀ ਜ਼ਰੂਰਤ ਅਨੁਸਾਰ ਇੱਕ ਇੰਡੀਵਿਜੂਅਲ ਪ੍ਰੋਗਰਾਮ ਤਿਆਰ ਕੀਤਾ ਜਾ ਸਕਦਾ ਹੈ ਤਾਂ ਜੋ ਬੈਟਰ ਰਿਜ਼ਲਟ ਪ੍ਰਾਪਤ ਕੀਤੇ ਜਾ ਸਕਣ। ਕਿ ਸਪੋਰਟਸ ਸਾਈਕੋਲੋਜੀ ਐਥਲੀਟ ਐਨ ਕਨਕਲੂਜਨ ਪਲੇਅਰ ਦੀ ਬੈਸਟ ਪਰਫਾਰਮੈਂਸ ਨੂੰ ਅਚੀਵ ਕਰਨ ਵਿੱਚ ਵਿਟਾਲ ਰੋਲ ਪਲੇ ਕਰਦੀ ਹੈ। ਅੱਗੇ ਆ ਗਿਆ ਜੀ 9.2 ਡਿਫਰੈਂਸ ਬਿਟਵੀਨ ਗਰੋਥ ਐਂਡ ਡਿਵੈਲਪਮੈਂਟ। ਗਰੋਥ ਕੀ ਹੁੰਦੀ ਹੈ? ਗਰੋਥ ਟਰਮ ਦਾ ਸਾਈਜ਼, ਵੇਟ, ਹਾਈਟ ਐਕਸੈਕਟਰਾ ਨੂੰ ਇਨਕਰੀਜ਼ ਕਰਨ ਔਰ ਲਾਰਜਰ ਐਂਡ ਹੈਵੀਅਰ ਬਣਨ ਵਿੱਚ ਵਰਤਿਆ ਜਾਂਦਾ ਹੈ। ਗਰੋਥ ਨੂੰ ਦੇਖਿਆ ਜਾ ਸਕਦਾ। ਹੁਣ ਡਿਵੈਲਪਮੈਂਟ ਤਾਂ ਬੇਟਾ ਗਰੋਥ ਆ, ਗਰੋਥ ਨੂੰ ਆਪਾਂ ਦੇਖ ਸਕਦੇ ਹਾਂ। ਕਿਸੇ ਬੰਦੇ ਨੂੰ ਮਤਲਬ ਕਿ ਕੋਈ ਜਿੰਮ ਜਾਂਦਾ, ਐਕਸਰਸਾਈਜ਼ ਕਰਦਾ, ਆਪਦੇ ਬਾਈਸੈਪ ਵੱਡੇ ਹੁੰਦੇ ਆ, ਮਤਲਬ ਕਿ ਸਾਈਜ਼ ਵੱਡਾ ਹੁੰਦਾ ਮਸਲਸ ਦਾ, ਉਹ ਆਪਾਂ ਦੇਖ ਸਕਦੇ ਹਾਂ, ਪਰ ਡਿਵੈਲਪਮੈਂਟ ਨੂੰ ਦੇਖ ਨਹੀਂ ਸਕਦੇ। ਉਸ ਤੋਂ ਬਾਅਦ ਵਰਡ ਗਰੋਥ ਆਮ ਤੌਰ 'ਤੇ ਗਲੋਬਲੀ ਗਰੋਥ ਨੂੰ ਦੇਖਿਆ ਨਹੀਂ ਜਾ ਸਕਦਾ। ਐਨ ਅਦਰ ਵਰਡ ਮਸਲ ਸਕੈਲਟਨ ਐਂਡ ਬੋਡੀ ਇਨ ਜਨਰਲ। ਇਹ ਫਿਜ਼ੀਕਲ ਚੇਂਜਿਸ ਹਨ ਜੋ ਵੇਖੀਆਂ ਜਾ ਸਕਦੀਆਂ ਹਨ ਅਤੇ ਚੇਂਜਿਸ ਪੇਰੈਂਟਲ ਸਟੇਜ ਤੋਂ ਲੈ ਕੇ ਓਲਡ ਏਜ ਤੱਕ ਹੁੰਦੀਆਂ ਹਨ। ਅੱਗੇ ਆ ਗਿਆ ਜੀ ਮੈਰੀਡਿਥ ਐਨ ਆਥਰ ਹੈਜ਼ ਐਕਸਪਲੇਨ ਗਰੋਥ ਐਨਾਟੋਮਿਕਲ ਐਂਡ ਫਿਜ਼ੀਓਲੋਜੀਕਲ ਪੇਰੈਂਟਲ ਲਾਈਫ ਤੋਂ ਡੈਥ ਤੱਕ ਹੋਣ ਵਾਲੀਆਂ ਚੇਂਜਿਸ ਹਨ। ਵਰਡ ਗਰੋਥ ਆਮ ਤੌਰ 'ਤੇ ਗਰੋਵਿੰਗ ਇੰਡੀਕੇਟ ਲਈ ਵਰਤਿਆ ਜਾਂਦਾ ਹੈ ਜੋ ਕਿ ਇਨਕਰੀਜ਼ ਐਂਡ ਇਨਲਾਰਜਮੈਂਟ ਦਾ ਕਾਰਨ ਬਣਦਾ ਹੈ। ਹਾਰਟ ਗਰੋਜ਼ ਐਂਡ ਬਿਗਰ ਹੁੰਦਾ ਜਾਂਦਾ ਹੈ। ਲੌਂਗਰ ਬੋਨਸ ਥਿਕ ਅਤੇ ਹੈਵੀਅਰ ਹੋ ਜਾਂਦੀਆਂ ਹਨ। ਨੈਕਸਟ ਆ ਗਿਆ ਜੀ ਡਿਵੈਲਪਮੈਂਟ। ਗਰੋਥ ਐਂਡ ਡਿਵੈਲਪਮੈਂਟ ਆਮ ਤੌਰ 'ਤੇ ਹਰੇਕ ਪਰਸਨ ਦੁਆਰਾ ਸੇਮ ਮੰਨਿਆ ਜਾਂਦਾ ਹੈ, ਪਰ ਡਿਵੈਲਪਮੈਂਟ ਬਹੁਤ ਹੀ ਡਿਫਰੈਂਟ ਹੁੰਦੀ ਹੈ ਅਤੇ ਵੱਖੋ ਵੱਖਰੇ ਅਰਥ ਹੁੰਦੇ ਹਨ। ਡਿਵੈਲਪਮੈਂਟ ਇੱਕ ਐਡਵਾਂਸਮੈਂਟ, ਮੋਰ ਅਨਫੋਲਡਮੈਂਟ, ਪ੍ਰੋਗਰੈਸਿਵ ਚੇਂਜਿਸ ਐਂਡ ਡਿਵੈਲਪਿੰਗ ਮੈਚਿਓਰਿਟੀ ਨੂੰ ਦਰਸਾਉਂਦਾ ਹੈ। ਡਿਵੈਲਪਮੈਂਟ ਇੱਕ ਪ੍ਰੋਗਰੈਸਿਵ ਚੇਂਜ ਹੈ ਜੋ ਐਕਸਪੀਰੀਅੰਸ ਐਂਡ ਮੈਚਿਓਰਿਟੀ ਦੇ ਰਿਜ਼ਲਟ ਵਜੋਂ ਵਿਵਸਥਿਤ ਹੈ, ਪ੍ਰੈਡਿਕਟੇਬਲ ਪੈਟਰਨ ਵਿੱਚ ਵਾਪਰਦੀ ਹੈ ਅਤੇ ਇਹ ਚੇਂਜਿਸ ਨੂੰ ਨਹੀਂ ਦੇਖਿਆ ਜਾ ਸਕਦਾ ਬਲਕਿ ਇਹਨਾਂ ਚੇਂਜਿਸ ਨੂੰ ਫੀਲ ਕੀਤਾ ਜਾਂਦਾ ਹੈ। ਨੈਕਸਟ ਆ ਗਿਆ ਬੇਟਾ ਡਿਵੈਲਪਮੈਂਟ ਬਹੁਤ ਸਾਰੇ ਸਟਰਕਚਰ ਐਂਡ ਫੰਕਸ਼ਨ ਨੂੰ ਇੰਟਰਗ੍ਰੇਟ ਕਰਨ ਦੀ ਕੰਪਲੈਕਸ ਪ੍ਰੋਸੈਸ ਹੈ ਜਿਸ ਵਿੱਚ ਪੋਜ਼ੀਟਿਵ ਐਂਡ ਨੈਗੇਟਿਵ ਚੇਂਜਿਸ ਇਨਵੋਲਵ ਹਨ। ਗੇਨ ਐਂਡ ਲੂਜ਼ਿਸ ਲਾਈਫ ਦੇ ਹਰ ਸਟੇਜ 'ਤੇ ਵਾਪਰਦਾ ਹੈ। ਹਰ ਪਰਸਨ ਵਿੱਚ ਇੱਕੋ ਟਾਈਪ ਦੀ ਡਿਵੈਲਪਮੈਂਟ ਨਹੀਂ ਹੋ ਸਕਦੀ, ਵੱਖੋ ਵੱਖਰੀ ਡਿਵੈਲਪਮੈਂਟ ਹੁੰਦੀ ਹੈ ਹਰ ਇੱਕ 'ਚ। ਅਕੋਰਡਿੰਗ ਟੂ ਦਾ ਹੌਲੌਕ ਡਿਵੈਲਪਮੈਂਟ ਸਿਰਫ ਲਾਰਜਰ ਗਰੋਵਿੰਗ ਤੱਕ ਲਿਮਟਡ ਨਹੀਂ ਹੈ, ਇਸ ਵਿੱਚ ਮੈਚਿਓਰਿਟੀ ਦੇ ਗੋਲ ਵੱਲ ਕ੍ਰਮਬੱਧ ਹੈ। ਇੱਕਸਾਰ ਟਾਈਪ ਦੇ ਚੇਂਜਿਸ ਦੀ ਪ੍ਰੋਗਰੈਸਿਵ ਸੀਰੀਜ਼ ਸ਼ਾਮਿਲ ਹੁੰਦੀ ਹੈ। ਹੁਣ ਆ ਗਿਆ ਡਿਫਰੈਂਸ ਬਿਟਵੀਨ ਗਰੋਥ ਐਂਡ ਡਿਵੈਲਪਮੈਂਟ।
ਹੁਣ ਪਹਿਲਾਂ ਗਰੋਥ ਦਾ ਫਸਟ ਪੁਆਇੰਟ ਹੈਗਾ, ਗਰੋਥ ਇਜ਼ ਕੁਆਂਟੀਟਿਵ, ਠੀਕ ਹੈ ਜੀ। ਅਤੇ ਡਿਵੈਲਪਮੈਂਟ ਇਜ਼ ਕੁਆਂਟੀਟਿਵ ਐਜ਼ ਵੈਲ ਐਜ਼ ਕੁਆਲੀਟੇਟਿਵ, ਮਤਲਬ ਕਿ ਜਿਹੜੀ ਗਰੋਥ ਆ ਉਹ ਇਕੱਲੀ ਕੁਆਂਟਿਟੀ ਦੇ ਵਿੱਚ ਆ, ਜਿਹੜੀ ਡਿਵੈਲਪਮੈਂਟ ਆ ਉਹ ਕੁਆਂਟਿਟੀ ਦੇ ਵਿੱਚ ਵੀ ਆ ਅਤੇ ਕੁਆਲਿਟੀ ਦੇ ਵਿੱਚ ਵੀ ਆ। ਸੈਕਿੰਡ ਪੁਆਇੰਟ ਹੈਗਾ ਜੀ ਗਰੋਥ ਦਾ। ਗਰੋਥ ਵਿੱਚ ਹਾਈਟ, ਵੇਟ, ਸਾਈਜ਼ ਐਂਡ ਸ਼ੇਪ ਦੇ ਔਰਗਨਸ ਸ਼ਾਮਲ ਹਨ, ਜਿਵੇਂ ਕਿ ਬ੍ਰੇਨ। ਹੁਣ ਡਿਵੈਲਪਮੈਂਟ ਦਾ ਸੈਕਿੰਡ ਪੁਆਇੰਟ ਹੈਗਾ, ਡਿਵੈਲਪਮੈਂਟ ਵਿੱਚ ਫਿਜ਼ੀਕਲ ਚੇਂਜਿਸ, ਸੋਸ਼ਲ ਅਤੇ ਇਮੋਸ਼ਨਲ ਚੇਂਜਿਸ ਵੀ ਸ਼ਾਮਲ ਹਨ। ਨੰਬਰ ਥਰਡ, ਗਰੋਥ ਮੇਜਰੇਬਲ ਅਤੇ ਵਿਜ਼ੀਬਲ ਹੈ, ਅਤੇ ਡਿਵੈਲਪਮੈਂਟ ਦੁਆਰਾ ਸਿਰਫ ਮੈਚਿਓਰ ਬਿਹੇਵੀਅਰ ਹੀ ਮੇਜਰ ਕੀਤਾ ਜਾ ਸਕਦਾ ਹੈ, ਇਹ ਦਿਖਾਈ ਨਹੀਂ ਦਿੰਦਾ। ਨੰਬਰ 4, ਗਰੋਥ ਲਿਮਟਡ ਪੀਰੀਅਡ ਲਈ ਭਾਵ ਖਾਸ ਏਜ ਤੱਕ ਹੈ, ਅਤੇ ਡਿਵੈਲਪਮੈਂਟ ਡੈਥ ਤੱਕ ਹੁੰਦੀ ਹੈ। ਮਤਲਬ ਕਿ ਜਿਹੜੀ ਗਰੋਥ ਆ ਇਹ ਆਪਾਂ ਜਿਹੜੀ ਬਾਡੀ ਵਧਣੀ ਆ, ਬਾਡੀ ਦੀ ਗਰੋਥ ਹੋਣੀ ਆ, ਹਾਈਟ ਵੱਧਦੀ ਆ ਜਾਂ ਆਪਣੀ ਬਾਡੀ ਸਾਈਜ਼ ਵੱਧਦਾ ਵਾ, ਉਹ ਸਿਰਫ ਇੱਕ ਟਾਈਮ ਪੀਰੀਅਡ ਤੱਕ ਹੁੰਦਾ ਵਾ, ਮਤਲਬ ਕਿ 40 45 50 ਸਾਲ ਤੱਕ, ਉਸ ਤੋਂ ਬਾਅਦ ਨਹੀਂ ਹੁੰਦਾ ਗਾ। ਪਰ ਡਿਵੈਲਪਮੈਂਟ ਤੁਹਾਡੀ ਸਾਰੀ ਉਮਰ ਤੱਕ ਹੁੰਦੀ ਰਹਿੰਦੀ ਹੈ। ਨੰਬਰ 5, ਗਰੋਥ ਇੱਕ ਐਸਪੈਕਟ ਬਾਰੇ ਦੱਸਦਾ ਹੈ, ਪਰਸਨੈਲਿਟੀ ਬਾਰੇ, ਪਰ ਲਿਮਟਡ ਸਕੋਪ ਵਿੱਚ। ਡਿਵੈਲਪਮੈਂਟ ਦੇ ਸਾਰੇ ਐਸਪੈਕਟਾਂ ਨਾਲ ਸੰਬੰਧਿਤ ਹੈ, ਪਰਸਨੈਲਿਟੀ ਅਤੇ ਵਾਸਟ ਸਕੋਪ ਹੈ। ਸਟੇਜਿਸ ਆਫ ਡਿਵੈਲਪਮੈਂਟ, ਪਹਿਲਾ ਹੈਗਾ ਇਨਫੈਂਟੀ ਪੀਰੀਅਡ, ਇਹ ਹੁੰਦਾ 0 ਤੋਂ 5 ਸਾਲ ਤੱਕ ਦਾ ਬੱਚੇ। ਬੀ ਪਾਰਟ ਹੈਗਾ ਅਰਲੀ ਚਾਈਲਡਹੁੱਡ, ਇਹ 6 ਈਅਰ ਤੋਂ 9 ਈਅਰ ਤੱਕ ਹੁੰਦਾ ਇਹ ਪੀਰੀਅਡ। ਲੇਟ ਚਾਈਲਡਹੁੱਡ, ਇਹ 9 ਤੋਂ 12 ਈਅਰ ਤੱਕ ਹੁੰਦਾ। ਫਿਰ ਹੈਗਾ ਡੀ ਪਾਰਟ ਇਹਦਾ ਅਡੋਲਸੈਂਸ ਪੀਰੀਅਡ, ਇਹ 12 ਤੋਂ 18 ਈਅਰ ਤੱਕ ਹੁੰਦਾ, ਜਿਹਦੇ ਵਿੱਚ ਤੁਸੀਂ ਆ ਜਾਂਦੇ ਆ। ਅੱਗੇ ਹੈਗਾ ਈ ਪਾਰਟ ਅਡਲਟਹੁੱਡ ਪੀਰੀਅਡ, ਮੋਰ ਦੈਨ 18 ਈਅਰ, ਮਤਲਬ ਕਿ 18 ਸਾਲ ਤੋਂ ਉੱਪਰ ਵਾਲੇ ਸਾਰੇ ਅਡਲਟ ਦੇ ਵਿੱਚ ਆ ਜਾਂਦੇ ਆ। ਇਨਫੈਂਸੀ ਪੀਰੀਅਡ, ਬਰਥ ਤੋਂ ਲੈ ਕੇ 5 ਈਅਰ ਦੀ ਏਜ ਦੇ ਐਂਡ ਪੀਰੀਅਡ ਨੂੰ ਇਨਫੈਂਸੀ ਪੀਰੀਅਡ ਕਿਹਾ ਜਾਂਦਾ ਹੈ। ਇਸ ਸਟੇਜ 'ਤੇ ਡਿਵੈਲਪਮੈਂਟ ਦੀਆਂ ਹੇਠ ਲਿਖੀਆਂ ਫੀਚਰਸ ਹਨ। ਪਹਿਲੀ ਜੀ ਫਿਜ਼ੀਕਲ ਡਿਵੈਲਪਮੈਂਟ, ਇਸ ਸਟੇਜ ਵਿੱਚ ਇਨਫੈਂਸੀ ਚਾਈਲਡ ਦੀ ਫਿਜ਼ੀਕਲ ਗਰੋਥ ਸਾਈਜ਼ ਅਤੇ ਵੇਟ ਦੀ ਹੁੰਦੀ ਹੈ। ਨਿਊਬੋਰਨ ਚਾਈਲਡ ਦੀ ਲੈਂਥ 19 ਇੰਚਜ਼ ਹੁੰਦੀ ਹੈ, ਪਰ ਇਹ 17 ਤੋਂ 21 ਇੰਚਜ਼ ਤੱਕ ਬਦਲਦਾ ਹੈ। ਨਿਊਬੋਰਨ ਬੇਬੀ ਦਾ ਵੇਟ 7 ਪਾਉਂਡ ਹੁੰਦਾ ਹੈ, ਪਰ ਇਹ 3 ਤੋਂ 16 ਪਾਉਂਡ ਤੱਕ ਹੋ ਸਕਦਾ ਹੈ। ਗਰੋਥ ਦਰ ਵਿੱਚ ਇਹ ਪਰਿਵਰਤਨ ਹੈਰੀਡਿਟਲੀ, ਡਾਇਟ, ਐਨਵਾਇਰਮੈਂਟਲ ਕੰਡੀਸ਼ਨ ਅਤੇ ਐਕਸੈਟਰਾ ਉੱਤੇ ਡਿਪੈਂਡ ਕਰਦਾ ਹੈ। ਮਤਲਬ ਕਿ ਜਿਹੜੀ ਤੁਹਾਡੀ ਗਰੋਥ ਆ ਇਹਦੇ ਵਿੱਚ ਹੈਰੀਡਿਟੀ ਫੈਕਟਰ ਹੁੰਦਾ, ਤੁਹਾਡੇ ਮਾਂ ਪਿਓ ਜੋ ਤੁਹਾਡਾ ਮਤਲਬ ਕਿ ਫਿਜ਼ੀਕਲੀ ਕਿਵੇਂ ਆ, ਉਹ ਗਰੋਥ ਉਹਨਾਂ ਦੀ ਕਿਵੇਂ ਆ, ਉਹਦੇ 'ਤੇ ਡਿਪੈਂਡ ਕਰਦਾ, ਡਾਇਟ 'ਤੇ ਅਤੇ ਐਨਵਾਇਰਮੈਂਟਲ ਕੰਡੀਸ਼ਨਸ 'ਤੇ। ਇੱਕ ਆਮ ਚਾਈਲਡ ਆਪਣੇ ਬਰਥ ਤੋਂ 6 ਮੰਥ ਬਾਅਦ ਡਬਲ ਵੇਟ ਹੋ ਜਾਂਦਾ, ਮਤਲਬ 6 ਮਹੀਨਿਆਂ ਬਾਅਦ ਜੇ 3 ਕਿਲੋ ਦਾ ਬੱਚਾ ਸੀਗਾ ਬਰਥ ਵੇਲੇ, ਹੁਣ 6 ਕਿਲੋ ਦਾ ਹੋ ਗਿਆ। 1 ਸਾਲ ਤੋਂ ਬਾਅਦ ਉਹ ਟ੍ਰਿਪਲ ਹੋ ਜਾਂਦਾ ਹੈ। ਸਾਲ ਬਾਅਦ ਜੇ 3 ਸਾਲ ਦਾ ਬਰਥ 'ਤੇ ਸੀਗਾ 9 ਸਾਲ ਦਾ 9 ਕਿਲੋ ਦਾ ਹੋ ਜਾਂਦਾ ਹੈ। ਜਿਸ ਪੀਰੀਅਡ ਦੌਰਾਨ ਬੋਨਸ ਜੋ ਬਰਥ ਟਾਈਮ 'ਤੇ ਸੌਫਟ ਹੁੰਦੀਆਂ ਹਨ, ਹੁਣ ਹਾਰਡ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਬੋਨਸ ਐਂਡ ਮਸਲ ਤੇਜ਼ੀ ਨਾਲ ਗਰੋ ਕਰਦੇ ਹਨ, ਜੋ ਬੈਠਣ, ਖੜ੍ਹੇ ਹੋਣ, ਚੱਲਣ ਅਤੇ ਦੌੜਨ ਵਿੱਚ ਹੈਲਪ ਕਰਦੇ ਹਨ। ਪਹਿਲਾਂ ਟੀਥ ਲਗਭਗ 6 ਮੰਥ ਵਿੱਚ ਦਿਖਾਈ ਦਿੰਦਾ ਹੈ। ਪਹਿਲਾ ਜਿਹੜਾ ਬੱਚੇ ਨੂੰ ਦੰਦ ਆਉਂਦਾ ਵਾ ਉਹ 6ਵੇਂ ਮਹੀਨੇ 'ਚ ਆ ਕੇ ਆਉਂਦਾ, ਅਤੇ 16 ਦੰਦ ਲਗਭਗ 5 ਸਾਲ ਦੀ ਉਮਰ ਤੱਕ ਬੱਚਿਆਂ ਦੇ ਆ ਜਾਂਦੇ ਆ। ਹੁਣ ਆ ਗਿਆ ਜੀ ਸੈਕਿੰਡ ਪੁਆਇੰਟ, ਇੰਟਲੈਕਚੁਅਲ ਡਿਵੈਲਪਮੈਂਟ। ਇੰਟਲੈਕਚੁਅਲ ਡਿਵੈਲਪਮੈਂਟ ਦਾ ਅਰਥ ਹੈ ਇੰਟਰਸਟ, ਲੈਂਗੁਏਜ, ਮੈਮਰੀ ਪਾਵਰ, ਇਮੈਜੀਨੇਸ਼ਨ, ਅੰਡਰਸਟੈਂਡਿੰਗ, ਥਿੰਕਿੰਗ ਐਕਸੈਟਰਾ ਦੀ ਡਿਵੈਲਪਮੈਂਟ ਹੈ। ਚਾਈਲਡ ਇਨਫੈਂਸੀ ਵਿੱਚ ਉਹਨਾਂ ਚੀਜ਼ਾਂ ਵਿੱਚ ਇੰਟਰਸਟ ਰੱਖਦਾ ਹੈ ਜੋ ਉਸ ਦੀ ਹੰਗਰ ਅਤੇ ਫੀਡਿੰਗ ਦੀ ਤੁਰੰਤ ਜ਼ਰੂਰਤਾਂ ਪੂਰੀ ਕਰਦਾ। ਮਤਲਬ ਬੱਚੇ ਨੂੰ ਕੀ ਮਤਲਬ ਹੁੰਦਾ, ਬੱਚੇ ਨੂੰ ਹੁੰਦਾ ਵਾ ਭੁੱਖ ਲੱਗੀ ਜਾਂ ਜਿਹੜਾ ਬੰਦਾ ਉਹਨੂੰ ਫੂਡ ਦਿੰਦਾ ਵਾ ਅਤੇ ਉਹਨਾਂ ਨਾਲ ਹੀ ਅਟੈਚ ਹੋ ਜਾਂਦੇ ਆ। ਹੌਲੀ ਹੌਲੀ ਉਹ ਬਰਾਈਟ, ਜਿੰਗਲਿੰਗ ਅਤੇ ਮੂਵਿੰਗ ਟੋਇਜ਼ ਵੱਲ ਇੰਟਰਸਟ ਲੈਂਦਾ ਹੈ। ਫਿਰ ਜਦੋਂ ਥੋੜ੍ਹਾ ਜਿਹਾ ਵੱਡਾ ਹੋ ਜਾਂਦਾ, 1 ਸਾਲ ਦਾ, 1.25 ਸਾਲ ਦਾ, ਫਿਰ ਬੱਚਾ ਟੋਇਜ਼ ਨਾਲ ਆਪਦਾ ਖੇਡਣਾ ਸ਼ੁਰੂ ਕਰ ਦਿੰਦਾ ਹੈ। 2 ਤੋਂ 3 ਸਾਲ ਦੀ ਏਜ ਵਿੱਚ ਬਹੁਤ ਸਾਰੇ ਸਮਾਲ ਸੈਂਟੈਂਸਿਸ ਬੋਲਣੇ ਸਟਾਰਟ ਕਰਦਾ ਹੈ। ਮਤਲਬ ਕਿ 2 ਸਾਲ ਦਾ ਜਦੋਂ ਬੱਚਾ ਹੋ ਜਾਂਦਾ ਫਿਰ ਹੌਲੀ ਹੌਲੀ ਬੋਲਣਾ, ਮਾਂ ਬਾਪ ਬੋਲਣਾ ਸ਼ੁਰੂ ਕਰ ਦਿੰਦਾ। 5 ਈਅਰ ਦੀ ਏਜ ਵਿੱਚ ਸੋਚਣਾ ਸ਼ੁਰੂ ਕਰਦਾ ਹੈ ਅਤੇ ਖੇਡਣ ਵਿੱਚ ਇੰਟਰਸਟ ਲੈਂਦਾ ਹੈ। ਨਿਊ ਵਰਡਸ ਨੂੰ ਜਾਣਨ ਦੀ ਉਸਦੀ ਕਪੈਸਿਟੀ ਇਨਕਰੀਜ਼ ਹੁੰਦੀ ਹੈ, ਮਤਲਬ ਨਵੇਂ ਵਰਡ ਜਾਣਨ 'ਚ ਉਹਦੀ
ਇੱਕ ਕਪੈਸਿਟੀ ਇਨਕਰੀਜ਼ ਹੁੰਦੀ ਹੈ। ਉਹ ਅਡਲਟਸ ਦੀ ਸਿੰਪਲ ਕਨਵਰਸੇਸ਼ਨ ਨੂੰ ਸਮਝਣਾ ਸ਼ੁਰੂ ਕਰਦਾ ਹੈ। ਉਹ ਕਰਿਓਸ ਹੋ ਜਾਂਦਾ ਹੈ ਅਤੇ ਆਪਣੀ ਕਰਿਓਸਿਟੀ ਨੂੰ ਪੂਰਾ ਕਰਨ ਲਈ ਬਹੁਤ ਸਾਰੇ ਕੁਐਸਚਨ ਪੁੱਟ ਕਰਦਾ ਹੈ। ਉਹ ਪਰੀਆਂ ਦੀਆਂ ਸਟੋਰੀਜ਼ ਸੁਣਨਾ ਅਤੇ ਵੇਖਣਾ ਬਹੁਤ ਪਸੰਦ ਹੈ। ਉਸ ਦੀ ਮੈਮਰੀ ਅਤੇ ਇਮੈਜੀਨੇਸ਼ਨ ਦੀ ਪਾਵਰ ਵੱਧਦੀ ਹੈ ਅਤੇ ਉਹ ਉਸੇ ਅਨੁਸਾਰ ਬੋਲਣਾ ਸ਼ੁਰੂ ਕਰਦਾ ਹੈ। ਨੰਬਰ 3 ਹੈਗਾ ਜੀ ਇਮੋਸ਼ਨਲ ਡਿਵੈਲਪਮੈਂਟ। ਇਮੋਸ਼ਨਸ ਦੇ ਡਿਵੈਲਪਮੈਂਟ ਵਿੱਚ ਇਨਫੈਕਟੀ ਇੰਪੋਰਟੈਂਟ ਰੋਲ ਪਲੇ ਕਰਦੀ ਹੈ। ਬਰਥ ਟਾਈਮ ਉਸ ਦੇ ਇਮੋਸ਼ਨਸ ਕਲੀਅਰ ਨਹੀਂ ਹੁੰਦੇ। ਜਦੋਂ ਬੱਚਾ ਜੰਮਦਾ ਉਦੋਂ ਇਮੋਸ਼ਨਸ ਕਿੱਥੇ ਹੁੰਦੇ ਆ? ਇਹ ਉਦੋਂ ਹੀ ਚੀਕਦਾ ਹੈ ਜਦੋਂ ਉਹਨੂੰ ਭੁੱਖ ਮਹਿਸੂਸ ਹੁੰਦੀ ਹੈ। ਬੱਚੇ 'ਚ ਕੋਈ ਇਮੋਸ਼ਨ ਨਹੀਂ ਹੁੰਦਾ। ਬੱਚੇ ਨੇ ਉਦੋਂ ਰੋਣਾ ਜਦੋਂ ਉਹਨੂੰ ਭੁੱਖ ਲੱਗੀ ਹੈ। ਪਰ ਜਦੋਂ ਉਹ 2 ਸਾਲ ਦੀ ਏਜ ਵਿੱਚ ਪਹੁੰਚ ਜਾਂਦਾ ਹੈ ਤਾਂ ਡਿਫਰੈਂਸ ਇਮੋਸ਼ਨਸ ਜਿਵੇਂ ਐਂਗਰ, ਜੋਏ, ਲਵ, ਫੀਅਰ ਡਿਸਪਲੇ ਕਰਦਾ ਹੈ। 2 ਤੋਂ 5 ਸਾਲ ਦੀ ਏਜ ਵਿੱਚ ਚਾਈਲਡ ਬਹੁਤ ਜ਼ਿਆਦਾ ਇਮੋਸ਼ਨਲ ਹੋ ਜਾਂਦਾ ਹੈ ਅਤੇ ਉਹ ਆਪਣੇ ਇਮੋਸ਼ਨਸ ਨੂੰ ਕੰਟਰੋਲ ਨਹੀਂ ਕਰ ਸਕਦਾ। ਐਂਗਰ ਐਂਡ ਜੋਏ ਇਸ ਸਟੇਜ 'ਤੇ ਮੋਸਟ ਕਾਮਨ ਇਮੋਸ਼ਨਸ ਹਨ। ਜਦੋਂ ਚਾਈਲਡ ਦੀ ਫਰੀਡਮ ਨੂੰ ਰਿਸਟ੍ਰਿਕਟ ਕਰਦੇ ਹਾਂ ਤਾਂ ਉਹ ਐਂਗਰੀ ਹੋ ਜਾਂਦਾ, ਉਹ ਗੁੱਸੇ 'ਚ ਆ ਜਾਂਦਾ ਹੈ। ਅਤੇ ਹੈਪੀ ਫੀਲ ਉਦੋਂ ਕਰਦਾ ਹੈ ਜਦੋਂ ਉਸ ਨੂੰ ਆਪਣੀ ਮਰਜ਼ੀ ਕਰਨਾ ਆਪਾਂ ਅਲਾਓ ਕਰਦੇ ਹਾਂ। ਨੰਬਰ 4 ਹੈਗਾ ਜੀ ਸੋਸ਼ਲ ਡਿਵੈਲਪਮੈਂਟ। ਚਾਈਲਡ ਦੇ ਬਰਥ ਵੇਲੇ ਸੋਸ਼ਲ ਨਹੀਂ ਹੁੰਦਾ। ਉਹ ਆਪਣੀਆਂ ਫਿਜ਼ੀਓਲੋਜੀਕਲ ਐਂਡ ਸਾਈਕੋਲੋਜੀਕਲ ਨੀਡਸ ਲਈ 2 ਸਾਲ ਤੱਕ ਪੇਰੈਂਟਸ 'ਤੇ ਡਿਪੈਂਡ ਕਰਦਾ ਹੈ। ਪਰ 3 ਸਾਲ ਦੀ ਏਜ ਵਿੱਚ ਉਹ ਗਰੁੱਪ ਵਿੱਚ ਖੇਡਣਾ ਪਸੰਦ ਕਰਦਾ ਹੈ। ਕੋਆਪਰੇਟਿਵ ਬਿਹੇਵੀਅਰ ਦੇ ਸਾਈਨ ਉਦੋਂ ਪ੍ਰਗਟ ਹੁੰਦੇ ਹਨ ਜਦੋਂ ਚਾਈਲਡ 4 ਈਅਰ ਦੀ ਏਜ ਨੂੰ ਕ੍ਰੋਸ ਕਰਦਾ ਹੈ। 5 ਈਅਰ ਦੀ ਏਜ ਵਿੱਚ ਫਰੈਂਡਸ਼ਿਪ ਸਟਰੋਂਗ ਬਣ ਜਾਂਦੀ ਹੈ ਅਤੇ ਲੜਾਈਆਂ ਦਾ ਰੁਝਾਨ ਘੱਟ ਜਾਂਦਾ ਹੈ। ਇਸ ਸਟੇਜ 'ਤੇ ਉਹ ਉਹੀ ਕਰਨਾ ਚਾਹੁੰਦਾ ਹੈ ਜੋ ਉਸ ਨੂੰ ਪਸੰਦ ਹੈ ਅਤੇ ਜੋ ਪਸੰਦ ਨਹੀਂ ਹੈ ਉਹ ਨਹੀਂ ਕਰਦਾ। ਪਰ ਉਸੇ ਸਮੇਂ ਹੀ ਉਹ ਸੋਸ਼ਲ ਅਪਰੂਵਲ ਲਈ ਕੌਨਸ਼ੀਅਸ ਹੋ ਜਾਂਦਾ ਹੈ। ਇਸ ਪ੍ਰਕਾਰ ਗਰੋਥ ਐਂਡ ਡਿਵੈਲਪਮੈਂਟ ਦੀਆਂ ਕਈ ਫੀਚਰਸ ਹਨ ਜੋ ਇਨਫੈਂਟਰੀ ਪੀਰੀਅਡ ਦੌਰਾਨ ਵੇਖੀਆਂ ਜਾ ਸਕਦੀਆਂ ਹਨ। ਅੱਗੇ B ਪਾਰਟ ਆ ਗਿਆ ਜੀ ਅਰਲੀ ਚਾਈਲਡਹੁੱਡ। ਅਰਲੀ ਚਾਈਲਡਹੁੱਡ ਸਟਾਰਟਿੰਗ ਪੀਰੀਅਡ 6 ਈਅਰ ਤੋਂ ਏਜ ਤੋਂ ਸਟਾਰਟ ਹੁੰਦੀ ਹੈ ਅਤੇ 9 ਈਅਰ 'ਤੇ ਜਾ ਕੇ ਐਂਡ ਹੁੰਦੀ ਹੈ। ਇਸ ਸਟੇਜ 'ਤੇ ਕਈ ਡਿਵੈਲਪਮੈਂਟ ਦੀਆਂ ਫੀਚਰਸ ਇਸ ਪ੍ਰਕਾਰ ਹਨ। ਪਹਿਲੀ ਜੀ ਫਿਜ਼ੀਕਲ ਕਰੈਕਟਰਿਸਟਿਕ। ਇਹ ਪੀਰੀਅਡ ਸਲੋ ਹੁੰਦਾ ਹੈ ਪਰ ਗਰੋਥ ਹਾਈਟ ਵਿੱਚ ਹੁੰਦੀ ਹੈ। ਬੋਨ ਸੌਫਟ ਹੁੰਦੀਆਂ ਹਨ। ਵੇਟ ਵਧਣਾ ਸਥਿਰ ਹੈ। ਪਲਸ ਰੇਟ ਅਡਲਟ ਨਾਲੋਂ ਜ਼ਿਆਦਾ ਹੁੰਦਾ। ਬੱਚੇ ਦਾ ਹਮੇਸ਼ਾ ਪਲਸ ਰੇਟ ਜ਼ਿਆਦਾ ਹੁੰਦਾ ਵਾ ਆਮ ਬੰਦੇ ਨਾਲੋਂ। ਅਤੇ ਜਿੰਨਾ ਜ਼ਿਆਦਾ ਬੰਦਾ ਬਜ਼ੁਰਗ ਹੋ ਗਿਆ 60 ਸਾਲ ਤੋਂ ਉੱਪਰ ਉਹਦਾ ਪਲਸ ਰੇਟ ਉਦੋਂ ਘੱਟ ਜਾਂਦਾ। ਹਾਰਟ ਦਾ ਸਾਈਜ਼ ਛੋਟਾ ਹੁੰਦਾ ਹੈ ਬੋਡੀ ਦੇ ਕੰਪੈਰੀਜ਼ਨ ਵਿੱਚ। ਸਟਰੈਂਥ ਚੰਗੀ ਤਰ੍ਹਾਂ ਡਿਵੈਲਪ ਨਹੀਂ ਹੁੰਦੀ। ਸੈਕਿੰਡ ਪੁਆਇੰਟ ਹੈਗਾ ਜੀ ਮੈਂਟਲ ਕਰੈਕਟਰਿਸਟਿਕ। ਚਾਈਲਡ ਐਕਸਰਸਾਈਜ਼ ਐਂਡ ਐਕਟੀਵਿਟੀ ਵਿੱਚ ਹਿੱਸਾ ਲੈਣਾ ਪਸੰਦ ਕਰਦਾ ਹੈ। ਇਮੈਜੀਨੇਸ਼ਨ ਵਿੱਚ ਸਟਰੋਂਗ ਕਰੈਕਟਰਿਸਟਿਕ ਹੈ। ਚਾਈਲਡ ਆਪਣੇ ਏਜ ਦੇ ਚਿਲਡਰਨ ਨਾਲ ਖੇਡਣਾ ਪਸੰਦ ਕਰਦਾ ਹੈ।